ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਰਾਮਦਾਸ ਜੀ ਨੂੰ ਲਾਹੌਰ ਦੇ ਸਿਹਾਰੀ ਮੱਲ ਜੀ ਵੱਲੋਂ ਵਿਆਹ ਸਮਾਰੋਹ ਵਿੱਚ ਜਾਣ ਦਾ ਸੱਦਾ ਮਿਲਿਆ, ਪਰ ਗੁਰੂਦੇਵ ਜੀ ਨੇ ਉਹਨਾਂ ਨੂੰ ਕਿਹਾ ਕਿ ਉਹ ਆਪ ਨਹੀਂ ਆ ਸਕਦੇ, ਕਿਉਂਕਿ ਉਹਨਾਂ ਦੇ ਉੱਥੇ ਪਹੁੰਚਣ ਉੱਤੇ ਸੰਗਤ ਦਰਸ਼ਨਾਂ ਨੂੰ ਉੱਭਰ ਪਵੇਗੀ, ਜਿਸ ਦੇ ਨਾਲ ਵਿਆਹ ਸਮਾਰੋਹ ਵਿੱਚ ਅੜਚਨ ਪੈਦਾ ਹੋ ਜਾਵੇਗੀ। ਉਹ ਆਪਣੇ ਪੁੱਤਰਾਂ ਵਿੱਚੋਂ ਕਿਸੇ ਇੱਕ ਪੁੱਤਰ ਨੂੰ ਭੇਜ ਦੇਣਗੇ ਜੋ ਉਹਨਾਂ ਦੀ ਤਰਜਮਾਨੀ ਕਰੇਗਾ। ਇਸ ਗੱਲ ਉੱਤੇ ਸੰਤੁਸ਼ਟ ਹੋ ਕੇ ਸਿਹਾਰੀ ਮੱਲ ਜੀ ਲੌਟ ਗਏ। ਗੁਰੂ ਜੀ ਆਪਣੇ ਸਭ ਤੋਂ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਲਾਹੌਰ ਜਾਣ ਦਾ ਆਦੇਸ਼ ਦੇਣ ਲੱਗੇ, ਪਰ ਉਹਨਾਂ ਦੀ ਆਸ ਦੇ ਵਿਪਰੀਤ ਪ੍ਰਿਥੀ ਚੰਦ ਨੇ ਬਹੁਤ ਸਾਰੇ ਆਨੇ ਬਹਾਨੇ ਬਣਾ ਕੇ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਗੁਰੂਦੇਵ ਜੀ ਨੂੰ ਕਿਹਾ ਕਿ ਉਸਾਰੀ ਕਾਰਜ ਵਿੱਚ ਲੱਖਾਂ ਦਾ ਲੈਣ ਦੇਣ ਹੈ। ਐਨੇ ਵੱਡੇ ਕੰਮਾਂ ਨੂੰ ਛੱਡ ਕੇ ਉਹ ਲਾਹੌਰ ਕਿਵੇਂ ਜਾ ਸਕਦੇ ਹਨ? ਗੁਰੂਦੇਵ ਜੀ ਨੇ ਉਸ ਦਾ ਜਵਾਬ ਸੁਣ ਕੇ ਫਿਰ ਆਪਣੇ ਵਿਚਕਾਰਲੇ ਪੁੱਤਰ ਸ੍ਰੀ ਮਹਾਦੇਵ ਜੀ ਨੂੰ ਉਤਸਵ ਵਿੱਚ ਸੰਮਿਲਿਤ ਹੋਣ ਲਈ ਆਦੇਸ਼ ਦਿੱਤਾ। ਮਹਾਦੇਵ ਜੀ ਨੇ ਜਵਾਬ ਦਿੱਤਾ ਕਿ ਤੁਸੀਂ ਮੈਨੂੰ ਸੰਸਾਰਿਕ ਕੰਮਾਂ ਵਿੱਚ ਨਾ ਪਾਓ। ਮੇਰੇ ਲਈ ਇਹ ਵਿਆਹ ਆਦਿ ਉਤਸਵ ਮਹੱਤਵਹੀਣ ਹਨ। ਇਸ ਉੱਤੇ ਗੁਰੂਦੇਵ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸੱਦ ਕੇ ਆਦੇਸ਼ ਦਿੱਤਾ ਕਿ ਬੇਟੇ, ਤੂੰ ਸਾਡੇ ਸਥਾਨ ਉੱਤੇ ਲਾਹੌਰ ਆਪਣੇ ਤਾਊ ਜੀ ਦੇ ਘਰ ਵਿਆਹ ਸਮਾਰੋਹ ਵਿੱਚ ਸੰਮਿਲਿਤ ਹੋਣ ਲਈ ਚਲੇ ਜਾਓ। ਸ੍ਰੀ ਗੁਰੂ ਅਰਜਨ ਦੇਵ ਜੀ ਨਿਮੰਤਰਣ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ। ਪਿਤਾ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਬੋਲੇ, ਇਹ ਤਾਂ ਬਹੁਤ ਪ੍ਰਸੰਨਤਾ ਵਾਲੀ ਗੱਲ ਹੈ। ਤੁਸੀਂ ਮੈਨੂੰ ਉਤਸਵ ਵਿੱਚ ਭਾਗ ਲੈਣ ਲਈ ਆਦੇਸ਼ ਦੇ ਰਹੇ ਹੋ। ਮੇਰਾ ਪਰਮ ਸੁਭਾਗ ਹੁੰਦਾ ਜੇਕਰ ਤੁਸੀਂ ਮੈਨੂੰ ਕਿਸੇ ਵੱਡੀ ਆਫਤ ਦਾ ਸਾਹਮਣਾ ਕਰਨ ਲਈ ਕਿਤੇ ਜਾਣ ਦਾ ਆਦੇਸ਼ ਦਿੰਦੇ। ਗੁਰੂ ਜੀ ਜਵਾਨ ਅਰਜਨ ਦੀ ਨਿਮਰਤਾ, ਗੁਰੂ ਆਦੇਸ਼ ਦੇ ਪ੍ਰਤੀ ਦ੍ਰਿੜ ਨਿਸ਼ਠਾ ਵੇਖ ਕੇ ਬੜੇ ਹੀ ਖੁਸ਼ ਹੋਏ। ਉਹਨਾਂ ਦੇ ਮਨ ਵਿੱਚ ਜੋ ਇੱਕ ਬਹੁਤ ਵੱਡਾ ਬੋਝ ਸੀ ਉਹ ਉਤਰ ਗਿਆ। ਲਾਹੌਰ ਦੇ ਪ੍ਰਸਥਾਨ ਦੇ ਸਮੇਂ ਉਹਨਾਂ ਦੇ ਬੇਟੇ ਗੁਰੂ ਅਰਜਨ ਦੇਵ ਜੀ ਨੂੰ ਫਿਰ ਸੰਕੇਤ ਕੀਤਾ ਕਿ ਵਿਆਹ ਸੰਪੰਨ ਹੋਣ ਉੱਤੇ ਉੱਥੇ ਹੀ ਸੰਗਤ ਸੇਵਾ ਦਾ ਕਾਰਜ ਸੰਭਾਲਣਾ ਹੈ। ਇੱਧਰ ਪਰਤਣ ਲਈ ਸੂਚਨਾ ਭੇਜੀ ਜਾਵੇਗੀ। ਆਗਿਆਕਾਰੀ ਨਰਮ ਗੁਰੂ ਅਰਜਨ ਦੇਵ ਜੀ ਨੇ ਪਿਤਾ ਜੀ ਨੂੰ ਨਮਸਕਾਰ ਕੀਤਾ ਅਤੇ ਲਾਹੌਰ ਪ੍ਰਸਥਾਨ ਕਰ ਗਏ। ਲਾਹੌਰ ਉਹਨਾਂ ਦਿਨਾਂ ਭਾਰਤ ਦਾ ਪ੍ਰਸਿੱਧ ਨਗਰ ਅਤੇ ਪ੍ਰਮੁੱਖ ਵਪਾਰਕ ਕੇਂਦਰ ਅਤੇ ਰਾਜਨੀਤਿਕ ਗਤੀਵਿਧੀਆਂ ਦਾ ਕੇਂਦਰ ਸੀ। ਆਗਰੇ ਦੇ ਬਾਅਦ ਇਸ ਨਗਰ ਦਾ ਨਾਮ ਸੀ। ਵਿਆਹ ਦੇ ਸੁਖਦ ਮਾਹੌਲ ਤੋਂ ਆਜ਼ਾਦ ਹੋਣ ਦੇ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿੱਚ ਧਰਮ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਪੁੰਨ ਸਥਾਨ ਉੱਤੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਸੀ, ਉੱਥੇ ਚੂਨਾ ਮੰਡੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਰਤਨ ਸਥਾਨ ਬਣਾ ਲਿਆ। ਉਹਨਾਂ ਦਿਨਾਂ ਲਾਹੌਰ ਨਗਰ ਵਿੱਚ ਆਤਮਕ ਦੁਨੀਆ ਦੇ ਬਹੁਤ ਸਾਰੇ ਪ੍ਰਮੁਖੀ ਨਿਵਾਸ ਕਰਦੇ ਸਨ। ਉਹਨਾਂ ਪੀਰਾਂ ਫਕੀਰਾਂ ਵਿੱਚੋਂ ਇੱਕ ਸਾਈਂ ਮੀਆਂ ਮੀਰ ਜੀ ਬਹੁਤ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਵਿਅਕਤੀ ਸਨ, ਜਿਨ੍ਹਾਂ ਦੀ ਭੇਂਟ ਜਵਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੋਈ। ਉਹ ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਹੌਲੀ ਹੌਲੀ ਨਜ਼ਦੀਕੀ ਦੋਸਤੀ ਵਿੱਚ ਪਰਿਵਰਤਿਤ ਹੋ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਾਦਰੀ ਸਿਲਸਿਲੇ ਦੇ ਪ੍ਰਮੁੱਖ ਸ਼ਾਹ ਬਿਲਾਵਲ ਜੀ ਵੀ ਇੱਥੇ ਹੀ ਮਿਲੇ। ਸ਼ਾਹ ਹੁਸੈਨ, ਛੱਜੂ ਕਾਨਾ ਅਤੇ ਪੀਲੂ ਜੀ ਵੀ ਲਾਹੌਰ ਵਿੱਚ ਹੀ ਸਥਾਈ ਰੂਪ ਵਿੱਚ ਰਹਿੰਦੇ ਸਨ। ਆਪਣੀ ਧਾਰਮਿਕ ਗਤੀਵਿਧੀਆਂ ਬਣਾਈ ਰੱਖਦੇ ਸਨ। ਕੀਰਤਨ ਅਤੇ ਸੰਗਤ ਸੇਵਾ ਦੇ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਸਾਰਾ ਸਮਾਂ ਪੀਰਾਂ ਫਕੀਰਾਂ ਤੋਂ ਵਿਚਾਰ ਗਿਰਵੀ ਵਿੱਚ ਹੀ ਬਤੀਤ ਕਰਦੇ।
ਨਿੱਤ ਕਰਮ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਭਗਤ ਜਨਾਂ ਦੀ ਮੰਡਲੀ ਦੇ ਨਾਲ ਕੀਰਤਨ ਕਰਨ ਦਾ ਅਭਿਆਸ ਕਰਦੇ। ਤਦ ਪਸ਼ਚਾਤ ਆਏ ਹੋਏ ਭਗਤ ਲੋਕਾਂ ਵਿੱਚ ਗੁਰੂ ਉਪਦੇਸ਼ ਨੂੰ ਆਧਾਰ ਬਣਾ ਕੇ ਪ੍ਰਵਚਨ ਕਰਦੇ। ਜਨ ਸਧਾਰਨ ਸ੍ਰੀ ਗੁਰੂ ਅਰਜਨ ਦੇਵ ਦਾ ਸੰਧਿਆ ਪਾ ਕੇ ਕਿਰਾਰਤ ਹੋ ਜਾਂਦੇ। ਇਸ ਪ੍ਰਕਾਰ ਉਹਨਾਂ ਦਾ ਅਜਿਹਾ ਪ੍ਰਭਾਵ ਹੋਇਆ ਕਿ ਨਿੱਤ ਚੂਨਾ ਮੰਡੀ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਸੰਗਤ ਜਮ੍ਹਾਂ ਹੋ ਜਾਂਦੀ ਅਤੇ ਸਾਰਾ ਮਾਹੌਲ ਪ੍ਰਭੂ ਭਗਤੀ ਤੋਂ ਤਰ-ਤਰ ਹੋ ਜਾਂਦਾ। ਲਾਹੌਰ ਵਿੱਚ 2 ਮਹੀਨੇ ਦਾ ਸਮਾਂ ਗੁਜ਼ਾਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ਾਨਦਾਰ ਚਿਹਰਾ ਨਜ਼ਰ ਆਉਂਦਾ। ਉਹਨਾਂ ਨੂੰ ਮਿਲਣ ਲਈ ਪੁੱਤ ਦੇ ਦਿਲ ਵਿੱਚ ਹਮੇਸ਼ਾ ਚਾਅ ਰਹਿੰਦਾ। ਇਸ ਦੇ ਬਾਵਜੂਦ ਉਹ ਪਿਤਾ ਸ਼੍ਰੀ ਦੇ ਕੋਲ ਤਦ ਤੱਕ ਨਹੀਂ ਜਾਣਾ ਚਾਹੁੰਦੇ ਸਨ ਜਦੋਂ ਤੱਕ ਉਹਨਾਂ ਵੱਲੋਂ ਲੌਟਣ ਦਾ ਆਗਿਆ ਪ੍ਰਾਪਤ ਨਾ ਹੋ ਜਾਵੇ। ਲੰਬੀ ਜੁਦਾਈ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਦੂਰ ਰਹਿਣ ਦੇ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕੋਮਲ ਮਨ ਸੰਵੇਦਨਸ਼ੀਲਤਾ ਅਤੇ ਚਰਮ ਸੀਮਾ ਉੱਤੇ ਪਹੁੰਚ ਗਿਆ। ਪਿਤਾ ਸ਼੍ਰੀ ਦੇ ਦਰਸ਼ਨਾਂ ਦੀ ਇੱਛਾ ਮਨ ਵਿੱਚ ਵੈਰਾਗਮਈ ਬਾਣੀ ਦੀ ਉਤਪਤੀ ਕਰਨ ਲੱਗੀ। ਜੁਦਾਈ ਦੀ ਪੀੜਾ ਆਤਮੀය ਕਵਿਤਾ ਬਣ ਕੇ ਕਲਮ ਦੁਆਰਾ ਕੋਰੇ ਕਾਗਜ਼ ਉੱਤੇ ਜ਼ਾਹਿਰ ਹੋ ਗਈ। ਇਸ ਪ੍ਰਕਾਰ ਗੁਰੂ ਅਰਜਨ ਦੇਵ ਜੀ ਨੇ ਭਾਵੁਕਤਾ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੂੰ ਇੱਕ ਪੱਤਰ ਲਿਖ ਦਿੱਤਾ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਿਆਈ। ਤਿਰਖਾ ਨਾ ਉਤਰੈ ਸ਼ਾਂਤ ਨ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜਿਉ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਇਸ ਪੱਤਰ ਨੂੰ ਉਹਨਾਂ ਨੇ ਇੱਕ ਨਿਕਟਵਰਤੀ ਸੇਵਕ ਨੂੰ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਪਿਤਾ ਜੀ ਨੂੰ ਭੇਜ ਦਿੱਤਾ। ਜਦੋਂ ਇਹ ਸੇਵਕ ਪੱਤਰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਅੱਪੜਿਆ ਤਾਂ ਗੁਰੂ ਆਪਣੇ ਮਹਿਲਾਂ ਦੇ ਵਿੱਚ ਸਨ। ਉਸ ਸਮੇਂ ਦਰਬਾਰ ਦਾ ਅੰਤ ਹੋ ਚੁੱਕਿਆ ਸੀ। ਸੇਵਕ ਨੇ ਉਹ ਪੱਤਰ ਗੁਰੂ ਦੇਵ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਦੇ ਦਿੱਤਾ ਤੇ ਕਿਹਾ, ਤੁਸੀਂ ਮੈਨੂੰ ਇਸ ਦਾ ਜਵਾਬ ਲਿਆ ਕੇ ਦੇ ਦਿਓ। ਪ੍ਰਿਥੀ ਚੰਦ ਨੇ ਜਿਵੇਂ ਹੀ ਇਹ ਕਵਿਤਾ ਦੇ ਰੂਪ ਵਿੱਚ ਪੱਤਰ ਪੜ੍ਹਿਆ ਤਾਂ ਉਹ ਗੁਰੂ ਅਰਜਨ ਦੇਵ ਜੀ ਦੀ ਪ੍ਰਤਿਭਾ ਦਾ ਅਨੁਮਾਨ ਲਗਾ ਕੇ ਈਰਖਾ ਨਾਲ ਜੜ ਸੜ ਉੱਠੇ। ਉਹ ਵਿਚਾਰ ਕਰਨ ਲੱਗੇ ਕਿ ਜੇਕਰ ਇਹ ਪੱਤਰ ਪਿਤਾ ਜੀ ਦੇ ਹੱਥ ਲੱਗ ਗਿਆ ਤਾਂ ਉਹ ਗੁਰੂ ਅਰਜਨ ਦੇਵ ਜੀ ਨੂੰ ਲਾਇਕ ਜਾਣ ਕੇ ਗੁਰੂ ਗੱਦੀ ਦਾ ਮਨ ਬਣਾ ਕੇ ਦੇ ਦੇਣਗੇ। ਉਂਝ ਵੀ ਉਹ ਗੁਰੂ ਅਰਜਨ ਦੇਵ ਜੀ ਨੂੰ ਮੇਰੇ ਨਾਲੋਂ ਕਿਤੇ ਜ਼ਿਆਦਾ ਪਿਆਰ ਕਰਦੇ ਹਨ। ਕੀ ਚੰਗਾ ਹੋਵੇ ਕਿ ਪਿਤਾ ਜੀ ਨੂੰ ਇਹ ਪੱਤਰ ਵਿਖਾਇਆ ਹੀ ਨਾ ਜਾਵੇ ਅਤੇ ਸੁਨੇਹਾ ਵਾਹਕ ਨੂੰ ਇੱਥੋਂ ਭਜਾ ਦਿੱਤਾ ਜਾਵੇ। ਉਸਨੇ ਅਜਿਹਾ ਹੀ ਕੀਤਾ। ਕੁਝ ਸਮੇਂ ਬਾਅਦ ਉਸਨੇ ਸੇਵਕ ਨੂੰ ਕਿਹਾ, ਪਿਤਾ ਜੀ ਨੇ ਕਿਹਾ ਹੈ ਕਿ ਉਹ ਕੁਝ ਦਿਨ ਹੋਰ ਉੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨ। ਸਾਨੂੰ ਜਦੋਂ ਲੋੜ ਹੋਵੇਗੀ ਅਸੀਂ ਸੱਦ ਲਵਾਂਗੇ। ਸੁਨੇਹਾ ਲੈ ਕੇ ਸੇਵਕ ਪਰਤ ਗਿਆ। ਪਰ ਗੁਰੂ ਅਰਜਨ ਦੇਵ ਜੀ ਇਕਾਂਤ ਸਮੇਂ ਵਿੱਚ ਸੋਚਦੇ ਕਿ ਪਿਤਾ ਜੀ ਉਹਨਾਂ ਦੀ ਸੇਵਾ ਤੋਂ ਸੰਤੁਸ਼ਟ ਨਹੀਂ ਹਨ ਅਤੇ ਅੰਤ ਕਸ਼ਮਕਸ਼ ਵਾਲੇ ਪਲਾਂ ਵਿੱਚ ਉਹ ਆਪਣੀ ਵੇਦਨਾ ਨੂੰ ਸਰਲ ਸ਼ਬਦਾਂ ਵਿੱਚ ਕਵਿਤਾ ਰੂਪ ਵਿੱਚ ਪਿਤਾ ਗੁਰੂ ਦੇਵ ਜੀ ਦੇ ਚਰਨਾਂ ਵਿੱਚ ਅਰਪਿਤ ਕਰਨ ਲਈ ਰਚਣ ਲੱਗੇ। ਉਹਨਾਂ ਨੂੰ ਪਹਿਲੇ ਪੱਤਰ ਦੇ ਅਨੁਸਾਰ ਬੁਲਾਵੇ ਦੀ ਲੰਬਾ ਸਮਾਂ ਉਡੀਕ ਕਰਨੀ ਪਈ, ਪਰ ਪਿਤਾ ਸ਼੍ਰੀ ਵੱਲੋਂ ਕੋਈ ਸੁਨੇਹਾ ਵਾਹਕ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨਹੀਂ ਅੱਪੜਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੂਜਾ ਪੱਤਰ ਲਿਖਿਆ। ਇਸ ਵਾਰ ਪੱਤਰ ਲੈ ਕੇ ਜਾਣ ਵਾਲੇ ਸੇਵਕ ਉੱਤੇ ਪ੍ਰਿਥੀ ਚੰਦ ਦੀ ਨਜ਼ਰ ਪੈ ਗਈ। ਚਤੁਰ ਪ੍ਰਿਥੀ ਚੰਦ ਨੇ ਸੇਵਕ ਨੂੰ ਫੁਸਲਾ ਕੇ ਉਸ ਤੋਂ ਪੱਤਰ ਪ੍ਰਾਪਤ ਕਰ ਲਿਆ ਅਤੇ ਕਿਹਾ, ਮੈਂ ਅਵਕਾਸ਼ ਸਮੇਂ ਵਿੱਚ ਗੁਰੂ ਜੀ ਤੋਂ ਇਸ ਵਿਸ਼ੇ ਵਿੱਚ ਗੱਲ ਕਰ ਲਵਾਂਗਾ। ਪਰ ਪੱਤਰ ਪੜ੍ਹ ਕੇ ਉਸਨੂੰ ਅਹਿਸਾਸ ਹੋਇਆ ਕਿ ਇਹ ਪੱਤਰ ਰਚਨਾ ਬਿਲਕੁਲ ਪਹਿਲੇ ਗੁਰੂ ਜਨਾਂ ਵਰਗੀ ਹੈ। ਕਿਤੇ ਪਿਤਾ ਗੁਰੂ ਦੇਵ ਨੇ ਪੜ੍ਹ ਲਈ ਤਾਂ ਮੈਂ ਕਿਤੇ ਦਾ ਵੀ ਨਹੀਂ ਰਹਾਂਗਾ। ਇਸ ਪੱਤਰ ਵਿੱਚ ਲਿਖਿਆ ਸੀ ਕਿ ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ,
चिर होआ देखे सारिंग पानी। धन सो देस जहाँ तू बसिया, मेरे सज्जन मीत मुरारे जियो। हौ घोली कमाई हौ घोल कमाई, गुर सज्जन मीत मुरारे जियो। ਇਸ ਵਾਰ ਪ੍ਰਿਥੀ ਚੰਦ ਨੇ ਸੁਨੇਹਾ ਵਾਹਕ ਨੂੰ ਬਹੁਤ ਚਤੁਰਾਈ ਨਾਲ ਪਿਤਾ ਗੁਰੂਦੇਵ ਜੀ ਤੋਂ ਜਵਾਬ ਵਿੱਚ ਕਿਹਾ, ਗੁਰੂ ਅਰਜਨ ਨੂੰ ਲਾਹੌਰ ਵਿੱਚ ਹੁਣੇ ਕੁਝ ਸਮਾਂ ਹੋਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ। ਜਿਵੇਂ ਹੀ ਸਾਨੂੰ ਉਸ ਦੀ ਲੋੜ ਹੋਵੇਗੀ, ਅਸੀਂ ਖੁਦ ਹੀ ਉਸ ਨੂੰ ਸੁਨੇਹਾ ਭੇਜ ਕੇ ਬੁਲਾ ਲਵਾਂਗੇ। ਉਂਝ ਅਸੀਂ ਉਸ ਦੇ ਕੰਮਾਂ ਤੋਂ ਬਹੁਤ ਸੰਤੁਸ਼ਟ ਹਾਂ। ਉਸ ਨੂੰ ਕਹੋ ਕਿ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੇ। ਇਸ ਪ੍ਰਕਾਰ ਪ੍ਰਿਥੀ ਚੰਦ ਨੇ ਦੂਜਾ ਪੱਤਰ ਵੀ ਗੁਰੂਦੇਵ ਨੂੰ ਨਹੀਂ ਵਿਖਾਇਆ ਅਤੇ ਉਸ ਨੂੰ ਲੁਕਾ ਕੇ ਰੱਖਿਆ। ਆਪਣੀ ਆਸ ਦੇ ਵਿਪਰੀਤ ਉੱਤਰ ਪਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਵਿਚਲਿਤ ਹੋਏ। ਉਹਨਾਂ ਨੇ ਬਹੁਤ ਧੈਰਯ ਨਾਲ ਕੰਮ ਲਿਆ। ਆਪਣੇ ਮੁੱਖ ਉਦੇਸ਼ ਵਿੱਚ ਸਮਾਂ ਬਤੀਤ ਕਰਦੇ ਹੋਏ ਉਡੀਕ ਦੀਆਂ ਘੜੀਆਂ ਗਿਣਨ ਲੱਗੇ, ਪਰ ਹੁਣ ਸਮਾਂ ਕੱਟੇ ਵੀ ਨਹੀਂ ਕੱਟਦਾ ਸੀ। ਇਸ ਵਾਰ ਦਿਲ ਵਿੱਚ ਸ਼ੰਕਾ ਨੇ ਜਨਮ ਲੈ ਲਿਆ ਤੇ ਉਹ ਵਿਚਾਰਨ ਲੱਗੇ, ਪਿਤਾ ਸ਼੍ਰੀ ਆਪਣੇ ਲਾਡਲੇ ਪੁੱਤਰ ਨੂੰ ਇੰਨਾ ਸਮਾਂ ਨਾਖੁਸ਼ ਨਹੀਂ ਕਰ ਸਕਦੇ ਕਿ ਉਹ ਉਸ ਨੂੰ ਭੁੱਲ ਹੀ ਜਾਣ ਅਤੇ ਆਪਣੇ ਆਪ ਤੋਂ ਦੂਰ ਰੱਖਣ। ਜ਼ਰੂਰ ਹੀ ਭਰਾ ਪ੍ਰਿਥੀ ਚੰਦ ਨੇ ਪੱਤਰ ਗੁਰੂ ਜੀ ਨੂੰ ਦਿੱਤੇ ਹੀ ਨਹੀਂ ਹੋਣਗੇ। ਫਿਰ ਮਿਲਣ ਦੀ ਆਕਾਂਸ਼ਾ ਵਿੱਚ ਉਹਨਾਂ ਦੇ ਦਿਲ ਇਸ ਕਦਰ ਤੜਫ ਉੱਠਿਆ ਕਿ ਉਹਨਾਂ ਦੀ ਕਲਮ ਫੇਰ ਉੱਠੀ ਤੇ ਇੱਕ ਪੱਤਰ ਬੜੀ ਪ੍ਰਭਾਵਿਕ ਪ੍ਰਕਾਸ਼ਨ ਕਰਦੇ ਹੋਏ ਲਿਖ ਦਿੱਤਾ। ਇੱਕ ਘੜੀ ਨਾ ਮਿਲਤੇ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੈ ਤੁਧ ਭਗਵੰਤਾ। ਮੋਹੇ ਰਹਿਣ ਨਾ ਬਿਹਾਵੇ, ਨੀਂਦ ਨ ਆਵੇ, ਬਿਨ ਦੇਖੇ ਗੁਰ ਦਰਬਾਰੇ ਜਿਉ। ਹਉ ਘੋਲੀ ਜੋ ਘੋਲ ਕਮਾਈ, ਤਿਸ ਸੱਚੇ ਗੁਰ ਦਰਬਾਰੇ ਜਿਉ। ਇਸ ਪੱਤਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਨੇਹਾ ਵਾਹਕ ਨੂੰ ਦਿੰਦੇ ਸਮੇਂ ਉਸ ਨੂੰ ਸਤਰਕ ਕੀਤਾ ਕਿ ਇਹ ਪੱਤਰ ਕੇਵਲ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਹੱਥਾਂ ਵਿੱਚ ਹੀ ਸੌਂਪਣਾ ਹੈ, ਕਿਸੇ ਹੋਰ ਵਿਅਕਤੀ ਨੂੰ ਨਹੀਂ ਦੇਣਾ। ਦੂਜੇ ਪਾਸੇ ਪ੍ਰਿਥੀ ਚੰਦ ਗੁਰੂ ਗੱਦੀ ਪ੍ਰਾਪਤ ਕਰਨ ਲਈ ਛੜਯੰਤਰ ਰਚ ਰਿਹਾ ਸੀ। ਉਹ ਚਾਹੁੰਦਾ ਸੀ ਕਿ ਗੁਰੂ ਗੱਦੀ ਉਸ ਨੂੰ ਹੀ ਪ੍ਰਾਪਤ ਹੋਵੇ। ਅਜਿਹਾ ਉਦੋਂ ਸੰਭਵ ਸੀ ਜਦੋਂ ਕਿ ਕਿਸੇ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਜੀ ਦੇ ਨਜ਼ਦੀਕੀ ਪ੍ਰਾਪਤ ਨਾ ਕਰ ਸਕਣ, ਪਰ ਉਹਨਾਂ ਦੇ ਅੰਤਰਯਾਮੀ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਸਭ ਕੁਝ ਵੇਖ ਰਹੇ ਸਨ।